ਅੱਜ ਸੀਐਮ ਸਾਹਿਬ ਨੇ ਸਾਰੇ ਪੰਜਾਬ ਦੇ ਪੁਲਿਸ ਮਹਿਕਮੇ ਦੀ ਟੌਪ ਲੈਵਲ ਰਿਵਿਊ ਮੀਟਿੰਗ ਕੀਤੀ ਸੀ, ਲਾਅ ਐਂਡ ਆਰਡਰ ਰਿਵਿਊ ਮੀਟਿੰਗ। all SSPs, all commissioners of police, all range ADGPs, IGs, DIGs, senior officers at headquarters including Special DGP STF, Special DGP Intelligence, Special DGP Internal Security, ADGP AGTF ਤੇ ਇੱਕ comprehensive review law and order ਦਾ ਕੀਤਾ ਗਿਆ ਪੰਜਾਬ ਸਟੇਟ ਦੇ ਵਿੱਚ। ਚੀਫ ਸੈਕਟਰੀ ਸਾਹਿਬ ਅਤੇ ਹੋਮ ਸੈਕਟਰੀ ਵੀ ਮੀਟਿੰਗ ਦੇ ਵਿੱਚ ਰਿਵਿਊ ਦੇ ਵਿੱਚ ਪ੍ਰੈਜ਼ੈਂਟ ਸੀਗੇ। तो सीएम साहब ਦਾ ਪਹਿਲਾ ਫੋਕਸ ਜਿਹੜੀ ਵਾਰ ਔਨ ਡਰੱਗਸ ਸੀਐਮ ਸਾਹਿਬ ਨੇ 15 ਅਗਸਤ ਨੂੰ ਐਲਾਨ ਕੀਤਾ ਸੀ ਉਸ ਦਾ ਰਿਵਿਊ ਕੀਤਾ ਗਿਆ ਤੇ ਇਸ ਦੇ ਵਿੱਚ ਹਦਾਇਤਾਂ ਦਿੱਤੀ ਗਈਆਂ ਸੀਐਮ ਸਾਹਿਬ ਵੱਲੋਂ ਕਿ ਜ਼ੀਰੋ ਟੋਲਰੈਂਸ ਹੈਗੀ ਡਰੱਗ ਟ੍ਰੈਫਿਕਿੰਗ ਲਈ ਤੇ ਸਾਰੇ ਪੰਜਾਬ ਦੇ ਵਿੱਚ ਪ੍ਰਾਪਰਟੀ ਫੋਰਫੀਚਰ ਡਿਸਟ੍ਰਿਕਟ ਵਾਈਜ਼ ਜਿਹੜੇ ਕੀਤੇ ਗਏ ਹੈਗੇ ਡਰੱਗ ਸਮਗਲਰਸ ਦੇ ਉਸ ਦਾ ਰਿਵਿਊ ਕੀਤਾ ਗਿਆ ਤੇ ਹਦਾਇਤਾਂ ਦਿੱਤੀ ਗਈ ਕਿ ਪ੍ਰਾਪਰਟੀ ਫੋਰਫੀਚਰ ਤੇ ਮੈਕਸਿਮਮ ਫੋਕਸ ਹੋਣਾ ਚਾਹੀਦਾ। ਫੋਕਸ ਬਿਗ ਫਿਸ਼ ਤੇ ਜਿਹੜੇ ਵੱਡੇ ਸਮਗਲਰ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਸ ਦੇ ਨਾਲ ਗਰਾਊਂਡ ਲੈਵਲ ਤੇ ਇਸ ਦਾ ਇੰਪੈਕਟ ਮਹਿਸੂਸ ਹੋਣਾ ਚਾਹੀਦਾ ਕਿ ਜਿਹੜਾ ਆਮ ਬੰਦਾ ਹੈਗਾ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਡਰੱਗ ਜਿਹੜੀ ਵਿਕ ਰਹੀ ਹੈ ਉਸ ਤੇ ਸੀਵੀਅਰਲੀ ਉਸ ਨੂੰ ਕਰਟੇਲ ਕੀਤਾ ਜਾਣਾ ਚਾਹੀਦਾ ਤੇ ਹਰ ਡਿਸਟ੍ਰਿਕਟ ਦੀ ਹਰ ਐਸਐਸਪੀ ਦੀ ਪਰਫਾਰਮੈਂਸ ਰਿਵਿਊ ਕੀਤੀ ਜਾਊਗੀ। ਕਿੰਨੀਆਂ ਐਫਆਈਆਰਾਂ ਦਰਜ ਹੋ ਰਹੀਆਂ, ਕਿੰਨੇ ਜਿਹੜੇ ਹੈਗੇ ਡਰੱਗਸ ਰਿਕਵਰ ਹੋ ਰਹੇ ਹਨ ਤੇ ਕਿੰਨੇ ਉਹਨਾਂ ਦੀ ਪ੍ਰਾਪਰਟੀ ਕਿੰਨੇ ਕਰੋੜ ਦੀ ਪ੍ਰਾਪਰਟੀ ਸੀਜ਼ ਹੋਈ। ਐਸਐਮ ਸਾਹਿਬ ਨੂੰ ਦੱਸਿਆ ਗਿਆ ਕਿ ਇਸ ਸਾਲ 105 ਕਰੋੜ ਦੀ ਪ੍ਰਾਪਰਟੀ ਆਫ ਡਰੱਗ ਸਮਗਲਰਸ ਹੈਜ਼ ਬੀਨ ਫੋਰਫਿਟਡ। ਸੋ ਇਹ ਇੱਕ ਜੰਗੀ ਪੱਧਰ ਤੇ ਜਿਹੜੀ ਵਾਰ ਔਨ ਡਰੱਗਸ ਕੈਰੀ ਔਨ ਕੀਤੀ ਜਾਊਗੀ। ਦੂਜਾ ਰਿਵਿਊ ਦਾ ਮੇਨ ਫੋਕਸ ਸੀਗਾ ਆਰਗੇਨਾਈਜ਼ਡ ਕ੍ਰਾਈਮ ਤੇ ਸੀਐਮ ਸਾਹਿਬ ਵੱਲੋਂ ਹਿਦਾਇਤ ਸੀਗੀ ਕਿ ਜਿਹੜਾ ਆਰਗੇਨਾਈਜ਼ਡ ਕ੍ਰਿਮੀਨਲ ਜਿਹੜਾ ਗੈਂਗਸਟਰ ਹੈਗਾ ਜੋ ਇੱਕ ਚੌਕ ਦੇ ਵਿੱਚ ਕ੍ਰਾਈਮ ਕਰਦਾ ਤੇ ਦੂਜੇ ਚੌਕ ਤੱਕ ਉਸ ਨੂੰ ਪਹੁੰਚਣਾ ਨਹੀਂ ਚਾਹੀਦਾ। ਪੁਲਿਸ ਦਾ ਜਿਹੜਾ ਸਿਸਟਮ ਰਿਸਪੌਂਸ ਇਦਾਂ ਐਫੀਸ਼ੀਐਂਟ ਹੋਣਾ ਚਾਹੀਦਾ ਕਿ ਇਮੀਡੀਏਟਲੀ ਮੌਕੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਇੰਪੈਕਟ ਪਤਾ ਹੋਣਾ ਚਾਹੀਦਾ। ਐਕਸਟੋਰਸ਼ਨ ਕਾਲਸ ਤੇ ਅਗੇਨ ਇਟ ਵਾਸ ਅ ਜ਼ੀਰੋ ਟੋਲਰੈਂਸ ਏਰੀਆ। ਇਹ ਦੱਸਿਆ ਗਿਆ ਕਿ ਇਸ ਸਾਲ ਅਸੀਂ 117 ਐਫਆਈਆਰ ਦਰਜ ਕੀਤੀਆਂ ਐਕਸਟੋਰਸ਼ਨ ਕਾਲਸ ਤੇ 150 ਦੇ ਕਰੀਬ ਮੁਲਜ਼ਮ ਜਿਹੜੇ ਹੈਗੇ ਉਹ ਅਰੈਸਟ ਕੀਤੇ ਆ। ਪਰ ਸੀਐਮ ਸਾਹਿਬ ਵੱਲੋਂ ਸਖਤ ਹਦਾਇਤਾਂ ਸੀਗੇ ਕਿ ਹਜੇ ਵੀ ਐਕਸਟੋਰਸ਼ਨ ਕਾਲਸ ਕਾਫੀ ਆ ਰਹੀ ਹੈ ਤੇ ਪੁਲਿਸ ਨੂੰ ਗੀਅਰ ਅਪ ਕਰਨ ਦੀ ਲੋੜ ਹੈ ਤੇ ਐਕਸਟੋਰਸ਼ਨ ਕਾਲਸ ਤੇ ਇਮੀਡੀਏਟ ਫੌਰੀ ਤੌਰ ਤੇ ਐਗਜ਼ੈਂਪਲਰੀ ਐਕਸ਼ਨ ਤੇ ਪਨਿਸ਼ਮੈਂਟ ਦੇਣਾ ਚਾਹੀਦਾ। ਤੀਜਾ ਪੁਆਇੰਟ ਜਿਹੜਾ ਸੀਐਮ ਸਾਹਿਬ ਨੇ ਲਿਆ ਉਹ ਸੀਗਾ ਪਬਲਿਕ ਡੀਲਿੰਗ ਫ੍ਰੈਂਡਲੀ ਪੁਲਿਸਿੰਗ ਕਿ ਜਿਹੜੇ ਪੁਲਿਸ ਅਫਸਰਸ ਹੈਗੇ ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਹਰ ਦਿਨ ਇੱਕ ਥਾਣੇ ਦੇ ਏਰੀਆ ਦੇ ਵਿੱਚ ਲੋਕਾਂ ਦੇ ਵਿੱਚ ਜਾਣ, ਪਬਲਿਕ ਮੀਟਿੰਗਸ ਹੋਲਡ ਕਰਨ, ਲੋਕਾਂ ਨਾਲ ਇੰਟਰੈਕਟ ਕਰਨ ਤਾਂ ਕਿ ਜਿਹੜੀ ਲੋਕਾਂ ਦੀ ਦੁੱਖ ਤਕਲੀਫਾਂ ਹੈ ਉਹ ਸੀਨੀਅਰ ਅਫਸਰਸ ਨੂੰ ਪਤਾ ਲੱਗ ਸਕੇ ਤੇ ਉਸ ਤੇ ਇਮੀਡੀਏਟ ਜਿਹੜਾ ਐਕਸ਼ਨ ਕੀਤਾ ਜਾਵੇ। ਪੁਲਿਸ ਸਟੇਸ਼ਨਸ ਦੇ ਵਿੱਚ ਲੋਕਾਂ ਨੂੰ ਵੈਲਕਮ ਕੀਤਾ ਜਾਵੇ, ਉੱਥੇ ਜਿਹੜੇ ਏਰੀਆ ਦੇ ਰਿਸਪੈਕਟੇਬਲਸ ਹੈਗੇ ਪ੍ਰੋਮਿਨੈਂਟ ਲੋਕਾਂ ਨਾਲ ਮੀਟਿੰਗਸ ਕਰਕੇ ਜਿਹੜਾ ਪੁਲਿਸ ਤੇ ਆਮ ਪਬਲਿਕ ਦੇ ਵਿੱਚ ਜਿਹੜਾ ਗੈਪ ਹੈਗਾ ਉਸ ਨੂੰ ਦੂਰ ਕੀਤਾ ਜਾਵੇ। ਇਹ ਸੀਐਮ ਸਾਹਿਬ ਦੀ ਹਿਦਾਇਤਾਂ ਸੀਗੀਆਂ ਕਿ ਐਸਐਸਪੀਜ਼ ਆਰ ਰਿਕੁਆਇਰਡ ਟੂ ਬੀ ਪ੍ਰੋਐਕਟਿਵ। ਜੇਲਸ ਤੇ ਕਾਫੀ ਵਿਸਤਾਰ ਪੂਰਵਕ ਡਿਸਕਸ਼ਨ ਹੋਈ, ਜਿਹੜੀ ਕਮੀ ਪੇਸ਼ੀ ਸੀਗੀ ਉਸ ਨੂੰ ਡਿਸਕਸ ਕੀਤਾ ਗਿਆ ਤੇ ਸੀਐਮ ਸਾਹਿਬ ਨੇ 3 ਪ੍ਰੋਂਗਡ ਐਕਸ਼ਨ ਇਸ ਤੇ ਡਾਇਰੈਕਟ ਕੀਤਾ ਹੈਗਾ। ਫਸਟ ਆਫ ਆਲ ਜਿਹੜੇ ਜੇਲ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਪਰ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ, ਜਿਹੜੀ ਉਹਨਾਂ ਦੀ ਮੈਨ ਪਾਵਰ ਹੈ ਤੇ ਜਿਹੜੇ ਉਹਨਾਂ ਨੂੰ ਇਕਵਿਪਮੈਂਟਸ ਤੇ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿੱਥੇ ਮੋਬਾਈਲ ਜੈਮਿੰਗ ਸੋਲੂਸ਼ਨਸ ਕੁਝ ਜੇਲ੍ਹਾਂ ਦੇ ਵਿੱਚ ਇੰਸਟਾਲ ਹੋ ਰਹੇ ਹੈਗੇ ਉਸ ਬਾਰੇ ਡਿਸਕਸ਼ਨ ਹੋਈ। ਸੈਕੰਡ ਹੋਇਆ ਕਿ ਜਿਹੜੇ ਵੀ ਇਹ ਮੋਬਾਈਲ ਡਿਟੈਕਸ਼ਨ ਹੁੰਦੇ ਆ ਇਹਨਾਂ ਦੇ ਐਫਆਈਆਰਸ ਨੂੰ ਦਰਜ ਹੁੰਦੀ ਹੈ। ਸੀਐਮ ਸਾਹਿਬ ਦੀ ਹਦਾਇਤਾਂ ਸੀ ਕਿ ਇਸ ਦੀ ਬੈਕਵਰਡ ਲਿੰਕੇਜ ਪੂਰੀ ਵਰਕਆਊਟ ਹੋਣੀ ਚਾਹੀਦੀ ਕਿ ਜਿਹੜਾ ਜੇ ਮੋਬਾਈਲ ਥਰੋ ਤੋਂ ਆਇਆ ਹੈਗਾ ਜਾਂ ਕਿਸੇ ਹੋਰ ਤਰੀਕੇ ਨਾਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ ਜਾਂ ਜੇਲ੍ਹ ਸਟਾਫ ਦੀ ਕਨਾਈਵੈਂਸ ਤੋਂ ਆਇਆ ਹੈ ਜਾਂ ਉਹ ਥਰੋ ਕੀਤਾ ਗਿਆ ਹੈ ਜਾਂ ਕਿਸੇ ਦੀ ਨੈਗਲੀਜੈਂਸ ਨਾਲ ਆਇਆ ਹੈ, ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਜਿਹੜੇ ਕਲਪਰਿਟਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇੱਕ ਸੀਐਮ ਸਾਹਿਬ ਨੇ ਬੜੀ ਸਪਸ਼ਟ ਗੱਲ ਕਹੀ ਕਿ ਅਕਾਊਂਟੇਬਿਲਿਟੀ ਆਫ ਐਸਐਚਓਜ਼ ਐਂਡ ਸਬ ਡਿਵੀਜ਼ਨਲ ਡੀਐਸਪੀਜ਼ ਹੈਜ਼ ਟੂ ਬੀ ਫਿਕਸਡ ਤੇ ਗਵਰਨਮੈਂਟ ਵੱਲੋਂ postings are being done on merit in a professional way. Therefore, the police force has been equipped. ਦੱਸਿਆ ਗਿਆ ਕਿ ਇਸ ਵਾਰ ਅਸੀਂ ਜਿਵੇਂ ਨਵੀਆਂ ਗੱਡੀਆਂ ਦਿੱਤੀ ਜਾ ਰਹੀਆਂ ਐਸਐਚਓਜ਼ ਨੂੰ ਅੰਡਰ ਬਾਰਡਰ ਏਰੀਆ ਪਲਾਨ 20 ਕਰੋੜ ਰਿਲੀਜ਼ ਹੋਏ ਹੈ ਗਵਰਨਮੈਂਟ ਨੇ ਫॉर ਵਹੀਕਲਸ ਟੂ ਬਾਰਡਰ ਪੁਲਿਸ ਸਟੇਸ਼ਨ। ਬਾਰਡਰ ਤੇ ਸੀਸੀਟੀਵੀ ਲੱਗ ਰਹੇ ਹੈਗੇ। ਅਪਗ੍ਰੇਡੇਸ਼ਨ ਆਫ ਸਾਈਬਰ ਕ੍ਰਾਈਮ ਵਿੰਗ, ਅਪਗ੍ਰੇਡੇਸ਼ਨ ਆਫ ਇੰਟੈਲੀਜੈਂਸ ਵਿੰਗ ਲਈ 110 ਕਰੋੜ ਸਰਕਾਰ ਨੇ ਮੁਹੱਈਆ ਕਰਾਏ ਹੈ। ਸਰਕਾਰ ਵੱਲੋਂ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਨੂੰ ਸਟ੍ਰੈਂਥਨ ਕਰਨ ਲਈ ਵੀ ਫੰਡਸ ਦਿੱਤੇ ਗਏ ਹੈਗੇ। ਸੋ ਇਸ ਦੇ ਨਾਲ ਨਾਲ ਸਰਕਾਰ ਦੀ ਐਕਸਪੈਕਟੇਸ਼ਨ ਹੈਗੀ ਕਿ ਪੁਲਿਸ ਹੈਜ਼ ਟੂ ਪਰਫਾਰਮ ਇਨ ਅ ਪ੍ਰੋਫੈਸ਼ਨਲ ਵੇ ਤੇ ਸੀਐਮ ਸਾਹਿਬ ਵੱਲੋਂ ਇਹ ਟਾਰਗੇਟਸ ਦੱਸੇ ਗਏ ਜਿਵੇਂ ਮੈਂ ਦੱਸਿਆ। ਨੈਕਸਟ ਸੀਗਾ ਪ੍ਰੋਕਲੇਮਡ ਆਫੈਂਡਰਸ। ਪੰਜਾਬ ਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਦੀ ਫਿਗਰ ਕਾਫੀ ਹਾਈ ਹੈ ਤੇ ਇਸ ਨੂੰ ਡਿਸਕਸ ਕੀਤਾ ਗਿਆ ਕਿ ਕਿਸ ਤਰੀਕੇ ਨਾਲ
ਪ੍ਰੋਕਲੇਮਡ ਆਫੈਂਡਰਸ ਦਾ ਨੰਬਰ ਜਿਹੜਾ ਘਟਾਇਆ ਜਾ ਸਕੇ। ਪੌਕਸੋ ਕੇਸਿਸ ਦਾ ਰਿਵਿਊ ਕੀਤਾ ਗਿਆ ਕਿ ਇਸ ਦੇ ਵਿੱਚ ਜਿਹੜੀ ਕੰਪਲਾਇੰਸ ਰੇਟ ਹੈਗੀ, ਮਤਲਬ ਰੇਟ ਆਫ ਚਾਰਜ ਸ਼ੀਟ ਸਬਮਿਸ਼ਨ ਐਂਡ ਦ ਰੇਟ ਆਫ FIR ਰਜਿਸਟ੍ਰੇਸ਼ਨ, ਉਹ ਇੰਪਰੂਵ ਹੋਣੀ ਚਾਹੀਦੀ। ਜਿਹੜੀ ਤਫਤੀਸ਼ ਦਾ ਪ੍ਰੋਫੈਸ਼ਨਲ ਜਿਹੜਾ ਮਿਆਦ ਹੈਗਾ ਉਹ ਉਸ ਨੂੰ ਉੱਪਰ ਉਠਾਇਆ ਜਾਣਾ ਚਾਹੀਦਾ। ਤੇ ਸੀਐਮ ਸਾਹਿਬ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਕਿ ਜਿਹੜੀ ਪੇਸ਼ੀਆਂ ਹੈਗੀਆਂ, ਕੋਰਟ ਦੀ ਪੇਸ਼ੀਆਂ ਜਿਹਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਂਦਾ ਹੈ, ਇਹ ਸਿਸਟਮ ਇੰਪਰੂਵ ਕਰਨ ਦੀ ਲੋੜ ਹੈ। ਤਕਰੀਬਨ ਇਸ ਵੇਲੇ 70 ਤੋਂ 75% ਜਿਹੜੀ ਪੇਸ਼ੀਆਂ ਸਾਰੇ ਪੰਜਾਬ ਦੇ ਵਿੱਚ 40,000 ਦੇ ਕਰੀਬ ਪੇਸ਼ੀਆਂ ਮੰਥਲੀ ਪੈਂਦੀਆਂ, ਜਿਹਦੇ ਵਿੱਚ 30 ਤੋਂ 32,000 ਮੁਲਜ਼ਮ ਪੇਸ਼ ਹੁੰਦੇ ਹਨ। तो सीएम साहब डिस्कस्ड एंड इशूड डायरेक्शंस कि इसनू होर इंप्रूव किया जाए, किस तरीके नाल इसनू किया जा सकता है। इलीगल माइनिंग ते बड़ी स्पष्ट डायरेक्शंस गवर्नमेंट दी हैगी कि इलीगल माइनिंग इज नॉट टू बी टॉलरेटेड एंड नो पुलिस ऑफिसर शुड बी मिक्सड इन इलीगल माइनिंग। स्ट्रिक्ट एक्शन वुड बी टेकन अगेंस्ट कंसर्न्ड पुलिस ऑफिसर्स। ट्रैफिक ते जिहड़ा साडा एनफोर्समेंट सीगा, जिहड़े ट्रैफिक चलान्स या ट्रैफिक मैनेजमेंट टू एंश्योर स्मूथ फ्लो ऑफ ट्रैफिक, वो रिव्यू किए गए। ਤੇ ਇਹ ਵੀ ਦੱਸਿਆ ਗਿਆ ਕਿ SSF ਬਣਨ ਤੋਂ ਬਾਅਦ ਨੈਕਸਟ ਮੰਥ ਸੀਐਮ ਸਾਹਿਬ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਲਾਂਚਿੰਗ ਹੋ ਜਾਊਗੀ, ਜਿਹਦੇ ਵਿੱਚ 116 ਟੋਇਟਾ ਹਿਲਕਸ ਗੱਡੀਆਂ ਤੇ 26 ਜਿਹੜੇ ਸਕਾਰਪੀਓ ਇੰਟਰਸੈਪਟਰਸ, 144 ਗੱਡੀਆਂ ਜਿਹੜੀਆਂ ਉਹ ਪੰਜਾਬ ਦੇ ਹਾਈਵੇਜ਼ ਤੇ ਲਾਂਚ ਕੀਤੀ ਜਾਣਗੀ। ਤਕਰੀਬਨ 1500 ਮੁਲਾਜ਼ਮ ਫਸਟ ਫੇਜ਼ ਦੇ ਵਿੱਚ ਡਿਪਲੋਏ ਕੀਤੇ ਜਾਣਗੇ। ਰਾਉਂਡ ਦਾ ਕਲੌਕ ਇਹਨਾਂ ਦੀ ਡਿਪਲੋਇਮੈਂਟ ਹੋਊਗੀ ਕਿ ਹਾਈਵੇ ਤੇ ਹਰ 30 ਕਿਲੋਮੀਟਰ ਤੇ ਗੱਡੀ ਹੋਊਗੀ। ਇਸ ਤੋਂ ਇਲਾਵਾ ਜਿਹੜੇ ਦੂਜੇ ਏਰੀਏ ਹੈਗੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਟ੍ਰੈਫਿਕ ਮੈਨੇਜਮੈਂਟ ਤੇ ਡਿਸਕਸ਼ਨ ਹੋਈ ਤੇ ਇਸ ਤੇ ਜ਼ੋਰ ਦਿੱਤਾ ਗਿਆ ਕਿ ਇਸ ਨੂੰ ਸਮੂਥ ਕੀਤਾ ਜਾਵੇ, ਜਿਹੜੇ ਬਲੈਕ ਸਪੌਟਸ ਹੈਗੇ ਉਹ ਆਇਡੈਂਟੀਫਾਈ ਕੀਤੇ ਜਾਣ। ਲਾਅ ਐਂਡ ਆਰਡਰ ਤੇ ਡਿਸਕਸ਼ਨ ਹੋਈ ਕਿ ਜਿਹੜੇ ਐਜੀਟੇਸ਼ਨਸ ਹੈਗੇ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ, ਸੋ ਦੈਟ ਆਮ ਲੋਕਾਂ ਨੂੰ, ਇਨਫੈਕਟ ਰੀਸੈਂਟ ਜਿਹੜੇ ਐਜੀਟੇਸ਼ਨਸ ਹੋਏ ਸੀ ਉਸ ਬਾਰੇ ਡਿਸਕਸ਼ਨ ਹੋਈ ਕਿ ਆਮ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਐਜੀਟੇਸ਼ਨਸ ਸ਼ੁੱਡ ਬੀ ਮੈਨੇਜਡ ਇਨ ਅ ਪ੍ਰੋਪਰ ਵੇ। ਓਵਰਆਲ ਸੀਐਮ ਸਾਹਿਬ ਨੇ ਇਹ ਆਸ ਰੱਖੀ ਹੈ ਕਿ ਪੰਜਾਬ ਪੁਲਿਸ ਇੱਕ ਪ੍ਰੋਫੈਸ਼ਨਲ ਤੇ बेहतरीन फोर्स है, तो पंजाब पुलिस सारे ਜਿਹੜੇ टारगेट्स ਹੈਗੇ ਸਾਰੇ ਇਸ ਨੂੰ ਇੱਕ प्रोफेशनल तरीके ਨਾਲ फुलफिल करेगी। एनी क्वेश्चंस? से जो बॉर्डर से आ रही है, लगातार ड्रोन आ रहे हैं, उसको लेकर किस तरह से डिस्कशन की गई है और किस तरह से उसको रोका जाएगा? लगातार ड्रोन, क्योंकि हर दिन देखने को जीरो टॉलरेंस। देखिए, आप देखिए, ये तो प्रोएक्टिविटी का नतीजा है। इस साल 92 ड्रोन इंटरसेप्ट किए गए हैं। BSF की प्रेस कॉन्फ्रेंस हुई थी जिन्होंने बताया कि 70 ड्रोन तो BSF ने इस साल गिराए हैं। सो काफी ज्यादा इस पे प्रोएक्टिविटी हुई है और सीएम साहब की क्लियर डायरेक्शंस है, जीरो टॉलरेंस फॉर ड्रग ट्रैफिकिंग एंड रोक ड्रोन्स। काफी केसेस हाले साडे कोल ऑथेंटिक कंफर्मेशन नहीं आई है, otherwise he has been nominated and wanted in numerous cases, सर आपने इलीगल माइनिंग की बात की है कि स्ट्रिक्ट एक्शन विल बी टेकन। रिसेंटली रोपड़ में केस हुआ था जहां पे ED अटैच्ड प्रॉपर्टीज पे भी इलीगल माइनिंग हो रही थी, उसमें कोई प्रोब करा रहे हैं सर? Yes, all cases of illegal mining, police connivance would not be tolerated. These are clear directions of the government. सर हाल के दिनों में देखा गया कि स्ट्रीट क्राइम जो है वो काफी बड़े हैं पंजाब में, उसको लेकर क्या कुछ अलग से इस पे डिस्कशन होता है? स्पेशली सीएम साहब ने यही बात फ्लैग करी कि जिसे एक हम थ्योरी ऑफ ब्रोकन विंडोज कहते हैं कि जो पेटी क्राइम है या स्नैचिंग है, इससे ही हीनियस क्राइम बढ़ते हैं। तो इस बात पे जोर दिया गया और सीएम साहब ने स्पष्ट शब्दों में कहा कि कोई क्राइम करने वाला उसे इतना खौफ हो कि वो एक चौक पे क्राइम करे तो दूसरे चौक तक ना पहुंच सके, वो सेफ। सुल्तानपुर लोधी ਦੇ ਵਿੱਚ ਜੋ ਗੁਰਦੁਆਰੇ ਦੇ ਅੰਦਰ ਪੁਲਿਸ ਦੀ ਰੋਕ ਲਗਾਤਾਰ ਲੱਗ ਰਹੀ ਹੈ, ਨਾਲ ਉਹ ਪੱਤਰਕਾਰਾਂ ਦੀ ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਕਿ ਪੱਤਰਕਾਰਾਂ ਨੂੰ ਪੁਲਿਸ ਨੇ ਮਿਸਬਿਹੇਵ ਕੀਤਾ, ਕੁੱਟਮਾਰ ਦੀ ਕੀਤੀ। ਸੀਰੀਅਸ ਇੰਜਰੀ ਦੇਖੋ, ਇਹ ਤੇ ਪਾਲਿਸੀ ਲੈਵਲ ਦੇ ਡਿਸਕਸ਼ਨਸ ਹੈਗੇ। ਸੁਲਤਾਨਪੁਰ ਲੋਧੀ ਦੇ ਵਿੱਚ ਪੁਲਿਸ ਤੇ ਫਾਇਰਿੰਗ ਹੋਈ ਸੀ, ਔਰ ਮੈਂ ਇਸ ਦੇ ਵਿੱਚ ਕਿਸੇ ਡਿਬੇਟ 'ਚ ਐਂਟਰ ਨਹੀਂ ਹੋਣਾ ਚਾਹੁੰਦਾ। ਸੋ ਸਟੇਟ ਲੈਵਲ, ਪਾਲਿਸੀ ਲੈਵਲ, ਅੱਜ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀ, ਉਹਨਾਂ ਨੇ ਪੁਲਿਸ ਨੂੰ प्रोफेशनल तौर पर मुस्तैद रहने के डायरेक्शंस दिते हैं। सीएम साहब ने कहा जीरो टॉलरेंस है कि ड्रग ट्रैफिकिंग ਲਈ, जीरो टॉलरेंस है ऑर्गेनाइज्ड क्राइम ते गैंगस्टर्स। कंट्री मीटिंग सीएम साहब ਦੀ ਹੋਈਆਂ, ਉਹਨਾਂ ਨੇ ਹਰ ਵਾਰੀ ਇਹ ਕਿਹਾ ਕਿ जीरो टॉलरेंस है, पर जीरो टॉलरेंस लागू क्यों नहीं होती? पिछले 4 साल तो ਅਸੀਂ ਇਹੀ ਚੀਜ਼ ਸੁਣ ਰਹੇ ਹਾਂ। नहीं जी, बहुत ज्यादा फर्क पिया। ਤੁਸੀਂ देखो ਸਾਡੀ ਇਲੀਗਲ ਆਰਮਸ ਦੀ ਰਿਕਵਰੀ, ਡਰੋਨਸ, ਇਸ ਸਾਲ ਅਸੀਂ 1124 ਕਿਲੋ ਹੈਰੋਇਨ ਰਿਕਵਰ ਕੀਤੀ ਹੈ, ਜਿਹੜੀ ਹਿਸਟਰੀ ਦੇ ਵਿੱਚ ਪੰਜਾਬ ਦੇ ਵਿੱਚ ਕਦੀ ਇੰਨੀ ਹੈਰੋਇਨ ਰਿਕਵਰ ਨਹੀਂ ਹੋਈ। ਇਸ ਤੋਂ ਅੱਗੇ ਜਾਂਦੇ ਹੋਏ ਜਿਹੜੀ ਸੀਐਮ ਸਾਹਿਬ ਦੀ ਹਦਾਇਤ ਸੀਗੀ ਕਿ ਇਸ ਦਾ ਇੰਪੈਕਟ ਆਮ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ, ਜਿਹੜੇ ਮੁਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੀ
ਡਰੱਗਸ ਵਿਕ ਰਹੀਆਂ ਉਸ ਤੇ ਨੱਥ ਪਾਓ, ਇਸ ਬਾਰੇ ਡਾਇਰੈਕਸ਼ਨ ਦਿੱਤੀ ਗਈ। ਸੋ ਜੇਲ੍ਹਾਂ ਦੇ ਨੈਟਵਰਕ ਨੂੰ ਕਿਵੇਂ ਕਰਨਗੇ, ਕਿਉਂਕਿ ਨੈਟਵਰਕ ਲਗਾਤਾਰ ਕੋਈ ਨਾ ਕੋਈ ਮੋਬਾਈਲ ਮਿਲਦੇ ਨੇ, ਉਹ ਕਿਸ ਤਰ੍ਹਾਂ, ਕਿਉਂਕਿ ਜਾਂ ਜੇਲ੍ਹ ਲਾਪਰਵਾਹੀ ਹੈ ਡਿਪਾਰਟਮੈਂਟ ਦੀ ਜੇਲ੍ਹ ਦੀ। ਦੇਖੋ ਜੀ, ਇਹ ਮਿਕਸਡ ਮਤਲਬ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਡਿਸਕਸ ਹੋਇਆ, ਏਡੀਜੀਪੀ ਜੇਲ੍ਸ ਵੀ ਮੀਟਿੰਗ ਦੇ ਵਿੱਚ ਸੀਗੇ ਤੇ ਉਹਨਾਂ ਨੇ ਦੱਸਿਆ ਕੁਝ ਪੈਰਾਮਿਲਟਰੀ ਫੋਰਸ ਵੀ ਡਿਪਲੋਏ ਕੀਤੀ ਗਈ ਹੈ। ਗਵਰਨਮੈਂਟ ਆਫ ਇੰਡੀਆ ਨਾਲ ਉਹਨਾਂ ਨੇ ਟੇਕ ਅਪ ਕੀਤਾ ਕਿ ਸਾਨੂੰ ਹੋਰ ਸੀਆਰਪੀ ਦੀ ਕੰਪਨੀਆਂ ਦਿੱਤੀ ਜਾਣ ਜਿਹੜੀਆਂ ਇਹਨਾਂ ਨੇ ਜੇਲ੍ਹ ਸਿਕਿਉਰਿਟੀ ਤੇ ਡਿਪਲੋਏ ਕਰਨੀ ਹੈ। ਸੈਕੰਡਲੀ ਇੱਕ ਪ੍ਰਪੋਜ਼ਲ ਹੈਗਾ ਕਿ ਜੇਲ੍ਹ ਡਿਪਾਰਟਮੈਂਟ ਦੀ ਮੈਨ ਪਾਵਰ ਨੂੰ ਆਗੂਮੈਂਟ ਕੀਤਾ ਜਾਵੇ, ਇਹਨਾਂ ਦੀ ਪੋਸਟਾਂ ਜਿਹੜੀਆਂ ਖਾਲੀ ਹੈਗੀ ਉਹ ਭਰੀਆਂ ਜਾਣ। ਥਰਡ ਐਸਪੈਕਟ ਸੀਗਾ, ਉਹਨਾਂ ਨੇ ਮੀਟਿੰਗ ਦੇ ਵਿੱਚ ਦੱਸਿਆ ਕਿ 12 ਕਰੋੜ ਦੇ ਜਿਵੇਂ 에ਅਰਪੋਰਟਸ ਤੇ ਜਿਵੇਂ ਬੋਡੀ ਸਕੈਨਰ ਲੱਗੇ ਹੁੰਦੇ ਕਿ ਤੁਸੀਂ ਐਂਟਰ ਕਰੋ ਤੇ ਸਾਰਾ ਕੁਝ ਸਕੈਨਡ ਹੋ ਜਾਂਦਾ ਹੈ, ਤੇ ਐਟ ਅ ਕਾਸਟ ਆਫ 2 ਕਰੋੜ ਗਵਰਨਮੈਂਟ ਨੇ 12 ਕਰੋੜ ਜੇਲ੍ਹ ਡਿਪਾਰਟਮੈਂਟ ਲਈ ਸੈਂਕਸ਼ਨ ਕੀਤੇ ਹੈ ਤੇ 6 ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਲੱਗ ਰਹੇ ਹੈਗੇ। ਕਈ ਜੇਲ੍ਹਾਂ ਦੇ ਵਿੱਚ ਮੋਬਾਈਲ ਜੈਮਿੰਗ ਸੋਲੂਸ਼ਨਸ ਵਿਲ ਬੀ ਇੰਪਲੀਮੈਂਟਡ, ਜਿਵੇਂ ਬਠਿੰਡੇ ਜੇਲ੍ਹ ਦੀ ਪੈਟਰਨ ਤੇ। ਸਰ ਐਸਐਚਓ ਦੀ ਡਿਊਟੀ ਲੱਗੀ ਹੈ ਕਿ ਅਗਰ ਕਿਤੇ ਨਸ਼ਾ ਜ਼ਿਆਦਾ ਹੁੰਦਾ ਜਾਂ ਕੁਝ ਹੋਰ ਜ਼ਿੰਮੇਵਾਰ ਹੋਏਗਾ ਜਾਂ ਬਿਲਕੁਲ, ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਹਲਕਾ ਡੀਐਸਪੀ ਤੇ ਐਸਐਚਓ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ। ਜਦੋਂ ਪੋਸਟਿੰਗਸ ਮੈਰਿਟ ਤੇ ਹੁੰਦੀ ਹੈ, ਕੋਈ ਕਿਸੇ ਤੇ ਪ੍ਰੈਸ਼ਰ ਨਹੀਂ ਹੈ। ਗਵਰਨਮੈਂਟ ਵੱਲੋਂ ਉਹਨਾਂ ਨੇ ਬੜਾ ਖੁੱਲ ਕੇ ਕਿਹਾ ਕਿ ਗਵਰਨਮੈਂਟ ਵੱਲੋਂ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਿਸ ਬੰਦੇ ਨੂੰ ਫੜਨਾ, ਕਿਸ ਬੰਦੇ ਨੂੰ ਨਹੀਂ ਫੜਨਾ, ਡਰੱਗਸ ਦਾ ਮਸਲਾ ਹੋਵੇ, ਆਰਗੇਨਾਈਜ਼ਡ ਕ੍ਰਾਈਮ ਦਾ ਮਸਲਾ ਹੋਵੇ। ਸੋ ਇਸ ਦੇ ਨਾਲ ਜੇ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਗਿਆ ਹੈ, ਸੋ ਦੈਨ ਪੁਲਿਸ ਹੈਜ਼ ਟੂ ਡਿਲੀਵਰ ਇਨ ਅ ਪ੍ਰੋਫੈਸ਼ਨਲ ਵੇ। ਦੇਅਰਫੋਰ ਜਿਹੜੇ ਕਟਿੰਗ ਐਜ ਦੇ ਅਫਸਰ ਸਾਡੇ ਹੈਗੇ, ਐਸਐਚਓ ਹੈਗੇ, ਡੀਐਸਪੀਜ਼ ਹੈਗੇ, ਇਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਕੀਤੀ ਜਾਵੇ। ਸਰ ਕੱਲ ਅਕਾਲੀ ਦਲ ਦਾ ਵਫਦ ਕਹਿ ਰਿਹਾ ਸੀ ਕਿ ਮਨਜ਼ੂਰੀ ਪਹਿਲਾਂ ਮਿਲੀ ਜੇਲ੍ਹ 'ਚ ਜਾਣ ਦੀ, ਬਾਅਦ 'ਚੋਂ ਮੌਕੇ ਤੇ ਮਨਾ ਕਰ ਦਿੱਤਾ। ਇਹ ਤੇ ਡਿਪਾਰਟਮੈਂਟ ਹੀ ਵੱਖਰਾ ਹੈ ਜੀ, ਜੇਲ੍ਹ ਡਿਪਾਰਟਮੈਂਟ। ਸਰ ਵੈਪਨ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਮੇਡ ਇਨ ਇੰਡੀਆ ਜਿਹੜੇ ਤੁਸੀਂ ਰਿਕਵਰ ਕਰਦੇ ਆ ਪੰਜਾਬ ਪੁਲਿਸ ਡੇਲੀ ਕਰੀ ਦਰਜ ਕਰ ਲਿਆ, ਐਸਐਸਪੀ ਦੀ ਪ੍ਰੈਸ ਕਾਨਫਰੰਸ ਹੁੰਦੀ ਆ, ਪਰ ਉਹਦੇ ਵਿੱਚ ਕੋਈ ਫੈਕਟਰੀ ਜਿਹੜੀ ਹੈਗੀ ਆ ਮੇਡ ਬਣਾਉਣ ਵਾਲੀ ਆ। ਇਨਫੈਕਟ ਮੋਸਟਲੀ ਟੋਕੇ ਸਾਹਿਬ ਬੈਠੇ, ਅਸੀਂ ਮੇਰੇ ਖਿਆਲ ਤੋਂ ਇਸ ਸਾਲ 400 ਤੋਂ ਵੱਧ ਇਲੀਗਲ ਵੈਪਨ ਜਿਹੜੇ ਮੋਸਟਲੀ ਐਮਪੀ ਦੇ ਮੇਡ ਹੈਗੇ ਜੀ, ਉੱਥੇ ਆਰਗੇਨਾਈਜ਼ਡ ਤਰੀਕੇ ਨਾਲ। ਇਨਫੈਕਟ ਇੱਕ ਕੰਸਾਈਨਮੈਂਟ ਮੈਨੂੰ ਯਾਦ ਹੈ 80 ਵੈਪਨ ਰਿਕਵਰ ਹੋਏ ਸੀਗੇ। ਸੋ ਇਹ ਕਾਫੀ ਵੱਡੀ ਸਮੱਸਿਆ ਹੈ। ਇੱਕ ਜਿਹੜੀ ਡਰੋਨ ਦੇ ਥਰੂ ਵੈਪਨ ਆਉਂਦੇ ਪਾਕਿਸਤਾਨ ਤੋਂ, ਸੈਕੰਡਲੀ ਜਿਹੜੀ ਕਹ ਲੋ ਹਿੰਟਰਲੈਂਡ ਤੋਂ ਜਿਹੜੀ ਸਮਗਲਿੰਗ, ਜਿਹੜੀ ਇੰਟਰ ਸਟੇਟ ਆਰਮਸ ਸਮਗਲਿੰਗ, ਇਹ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਸਰ ਗੈਂਗਸਟਰਾਂ ਦੀ ਕੋਈ ਕੈਟਾਗਰੀ ਵੀ ਤੈਅ ਕੀਤੀ ਪਹਿਲਾਂ ਸੀਗੀ A B C ਕਿ ਇਹ ਵਾਲੇ ਜਿਹੜੇ ਜ਼ਿਆਦਾ ਖਤਰਨਾਕ ਆ ਉਹਨਾਂ ਦਾ ਐਨਕਾਊਂਟਰ ਜਾਂ ਉਸ ਤਰੀਕੇ ਦੀ ਤਿਆਰੀ? ਨਹੀਂ, ਦੇਖੋ ਜੀ, ਐਨਕਾਊਂਟਰ ਤੇ ਡਿਪੈਂਡ ਕਰਦਾ ਹੈ ਕਿ ਜੇ ਸਾਡੇ ਤੇ ਫਾਇਰ ਹੁੰਦਾ ਹੈ ਸੈਲਫ ਡਿਫੈਂਸ 'ਚ ਅਸੀਂ ਫਾਇਰ ਕਰਦੇ ਹਾਂ। ਇਹ ਅਸੀਂ ਸਾਰਿਆਂ ਨੂੰ ਹਿਦਾਇਤ ਦਿੱਤੀ ਹੈ ਕਿ ਸਾਨੂੰ ਲਾਅ ਦੇ ਵਿੱਚ ਰਹਿ ਕੇ ਪੁਲਿਸ ਹੈਜ਼ ਟੂ ਫੋਲੋ ਦੀ ਲਾਅ, ਪਰ ਜੇ ਪੁਲਿਸ ਤੇ ਕੋਈ ਫਾਇਰ ਕਰੂਗਾ ਪੁਲਿਸ ਸੈਲਫ ਡਿਫੈਂਸ ਤੇ ਕਰੂਗੀ ਆਪਣੀ। ਫਿਰੋਤੀਆਂ ਦੀ ਕਾਲ ਲਗਾਤਾਰ ਆਉਂਦੀ ਹੈ, ਕੋਈ ਫਿਰੋਤੀਆਂ ਦੀ ਕਾਲ ਤੇ ਬਹੁਤ ਜ਼ਿਆਦਾ ਅਸੀਂ ਕੰਮ ਕੀਤਾ ਹੈ, ਪਰ ਇਹ ਜ਼ਰੂਰ ਹੈ ਕਿ ਕਾਲਾਂ ਆਉਂਦੀਆਂ ਹੈ, ਐਕਸ਼ਨ ਵੀ ਹੁੰਦਾ ਹੈ, ਤੇ ਸਾਡੇ ਵੱਲੋਂ ਹਿਦਾਇਤ ਹੈ ਕਿ ਐਗਜ਼ੈਂਪਲਰੀ ਐਕਸ਼ਨ ਲਓ ਤਾਂ ਕਿ ਸਬਕ ਮਿਲੇ ਜਿਹੜੇ ਇਸ ਤਰ੍ਹਾਂ ਦੀ ਕਾਲਾਂ ਕਰਦੇ ਆ ਜਾਂ ਪੈਸੇ ਲੈਣਾ।